ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਡੇਲੀ ਵੀਡੀਓ ਅਪਲੋਡ ਨਹੀਂ ਹੋ ਰਹੀ। ਗੁਰੂ ਮਹਾਰਾਜ ਕਿਰਪਾ ਕਰਨ ਤੇ ਡੇਲੀ ਵੀਡੀਓ ਦੀ ਸੇਵਾ ਲੈਣ ਤੇ ਸਹਾਈ ਹੋਣ। ਸੰਗਤ ਜੀ, ਬੱਚਿਆਂ ਦੇ ਜਿਵੇਂ ਸਕੂਲ ਚੱਲ ਰਹੇ ਨੇ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਹੁਣ ਇਹਨਾਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋ ਜਾਣੀਆਂ ਨੇ ਤੇ ਫਿਰ ਉਸ ਤੋਂ ਬਾਅਦ ਜੂਨ ਦੀਆਂ ਛੁੱਟੀਆਂ ਆ ਜਾਣੀਆਂ ਨੇ। ਫਿਰ ਆਪਾਂ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ। ਤੇ ਵੈਸੇ ਸੰਗਤ ਚਲੋ 2-3 ਘੰਟੇ ਦੀ ਹੋ ਜਾਂਦੀ ਹੈ, ਪਰ ਉਸ ਸੰਗਤ ਦੇ ਵਿੱਚ ਵੀਡੀਓ ਨਹੀਂ ਬਣਦੀ ਹੈਗੀ ਜੀ। ਇਹ ਸਪੈਸ਼ਲੀ ਥੋੜ੍ਹੀ ਬਣਾਉਣੀ ਪੈਂਦੀ ਹੈ ਤੇ ਜਿਵੇਂ 2-3 ਘੰਟੇ ਦੀ ਤਾਂ ਬਿਲਕੁਲ ਨਹੀਂ ਬਣਦੀ, ਉਹਦੇ 'ਚ ਵਿਚਾਰ ਚੱਲਦੀ ਰਹਿੰਦੀ ਹੈ। ਸ਼ਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ। ਹੁਣ ਇੱਥੇ ਗੁਰੂ ਸਾਹਿਬ ਸਾਨੂੰ ਜੀ ਇਸ ਗੁਰਬਾਣੀ ਦੇ ਵਿੱਚ ਮਤਲਬ ਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਜਿਹੜੀ ਗੁਰਬਾਣੀ ਹੈ ਇਹ ਅੰਮ੍ਰਿਤ ਨਾਲ ਭਰੀ ਪਈ ਹੈ ਤੇ ਜਿਹੜੀ ਬਾਣੀ ਹੈ ਇਹੀ ਸਾਡਾ ਗੁਰੂ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਅੰਮ੍ਰਿਤ ਛਕੋ। ਤੇ ਸਾਨੂੰ ਕਿਹੜਾ ਅੰਮ੍ਰਿਤ ਛਕਣਾ ਚਾਹੀਦਾ ਜੀ? ਇਹ ਗੁਰਬਾਣੀ ਦਾ ਅੰਮ੍ਰਿਤ। ਗੁਰਬਾਣੀ ਅੰਮ੍ਰਿਤ ਨਾਲ ਭਰੀ ਪਈ ਹੈ। ਜਦੋਂ ਅਸੀਂ ਇਹਦਾ ਸੰਗ ਕਰਦੇ ਹਾਂ ਤੇ ਇਹਨੂੰ ਪੜ੍ਹਦੇ ਹਾਂ, ਗਾਉਂਦੇ ਹਾਂ, ਵਿਚਾਰਦੇ ਹਾਂ, ਕੀਰਤਨ ਕਰਦੇ ਹਾਂ, ਇਹ ਸਾਰਾ ਕੀ ਹੈ? ਇਹ ਅੰਮ੍ਰਿਤ ਛਕਣਾ ਹੈ ਜੀ। ਗੁਰੂ ਸਾਹਿਬ ਕਹਿੰਦੇ ਹਰ ਰੋਜ਼ ਅੰਮ੍ਰਿਤ ਛਕੋ। ਵੈਸੇ ਅਸੀਂ ਜਿਵੇਂ ਲਾਈਨ 'ਚ ਲੱਗ ਕੇ ਅੰਮ੍ਰਿਤ ਛਕਦੇ ਹਾਂ ਜੀ, ਰਹਿਤ ਮਰਿਆਦਾ ਵਾਲਾ, ਤੇ ਉਹ ਇੱਕ ਵਾਰ ਛਕ ਲੈਂਦੇ ਹਾਂ ਤੇ ਫਿਰ ਰਹਿਤ ਮਰਿਆਦਾ ਨੂੰ ਅਪਣਾਉਂਦੇ ਹਾਂ। ਇਸੇ ਤਰ੍ਹਾਂ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਇਹ ਅੰਮ੍ਰਿਤ ਹੈ, ਇਹ ਗੁਰੂ ਸਾਹਿਬ ਕਹਿੰਦੇ ਹਰ ਰੋਜ਼ ਛਕੋ। ਇਹਨੂੰ ਕਿਤੇ ਜੀ ਗੁਰਬਾਣੀ ਦੇ ਵਿੱਚ ਪੀਣਾ ਆਊਗਾ ਤੇ ਕਿਤੇ ਖਾਣਾ ਆਊਗਾ। ਕਿਤੇ ਅੰਮ੍ਰਿਤ ਨੂੰ ਕਿਹਾ ਵੀ ਖਾਓ, ਕਿਤੇ ਕਿਹਾ ਪੀਓ। ਹਉ ਵਿੱਚ ਆਇਆ, ਬੰਦਾ ਹਉ ਵਿੱਚ ਮੈਂ ਮੇਰੀ 'ਚ ਆਉਂਦਾ, ਹਉ ਵਿੱਚ ਗਿਆ ਤੇ ਹਉ ਵਿੱਚ ਹੀ ਇਸ ਦੁਨੀਆ ਤੋਂ ਚਲਿਆ ਜਾਂਦਾ ਹੈ। ਮੈਂ ਕਰਦਾ ਜੀ। ਮਤਲਬ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਉਦੋਂ ਹੀ ਉਹਦੇ 'ਤੇ ਮਾਇਆ ਪੈ ਜਾਂਦੀ ਹੈ, ਉਦੋਂ ਹੀ ਉਹਦਾ ਇੱਕ ਅਸੀਂ ਨਾਮ ਰੱਖ ਦਿੰਦੇ ਹਾਂ, ਉਹਦਾ ਇੱਕ ਵਜੂਦ ਪੈਦਾ ਹੋ ਜਾਂਦਾ ਹੈ ਤੇ ਉਸਦੇ ਮਤਲਬ ਕਿ ਵੀ ਸਾਰੇ ਰਿਸ਼ਤੇ ਦੱਸੇ ਜਾਂਦੇ ਨੇ ਉਹਨੂੰ, ਸਾਰਾ ਕੁਛ। ਉਹ ਇੱਕ ਮਤਲਬ ਕਿ ਮੈਂ ਹੋ ਗਿਆ ਜੀ। ਜਿਵੇਂ ਆਪਾਂ ਆਪਣੇ ਬੜਿਆਂ 'ਤੇ ਲਾਈਏ, ਮੈਂ ਕਰ ਰਿਹਾ, ਮੈਂ ਕੀਤਾ ਹੁਣ ਤੱਕ ਇੰਨਾ ਕੁਛ, ਮੈਂ ਕਰੂੰਗਾ। ਜਿਵੇਂ ਐਂ ਲੱਗਦਾ ਵੀ ਜਿਵੇਂ ਸਾਡੇ ਤੋਂ ਬਿਨਾਂ ਇਹ ਦੁਨੀਆ ਚੱਲੇ ਨਹੀਂ ਸਕਦੀ, ਇਹ ਪਰਿਵਾਰ ਚੱਲੇ ਨਹੀਂ ਸਕਦਾ। ਪਰ ਗੁਰੂ ਸਾਹਿਬ ਕਹਿੰਦੇ ਤੂੰ ਮਰ ਕੇ ਦੇਖ, ਸਾਰਾ ਕੁਛ ਉਵੇਂ ਹੀ ਚੱਲੂਗਾ। ਹੁਣ ਜੀ ਮੈਨੂੰ ਤਾਂ ਉਹ ਜਾਣੀ ਕਰੋਨਾ ਦੇ ਦਿਨ ਭੁੱਲਦੇ ਨਹੀਂ ਹੈਗੇ ਵੀ ਜਦੋਂ ਮਤਲਬ ਕਿ ਵੱਡੇ ਬਿਜ਼ਨਸਮੈਨ ਕਹਿੰਦੇ ਕਹਾਉਂਦੇ ਜਿਹੜੇ ਕਹਿੰਦੇ ਕਹਾਉਂਦੇ ਸੀਗੇ ਉਹਨਾਂ ਦਾ ਨੁਕਸਾਨ ਹੋਇਆ ਹੈ। ਆਮ ਜਨਤਾ ਜਿਹੜੀ ਹੈ ਗਰੀਬੀ ਦੇ ਵਿੱਚ, ਉਹ ਤਕਰੀਬਨ ਗੁਰੂ ਸਾਹਿਬ ਨੇ ਸੇਫ ਰੱਖੀ ਹੈ, ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਪਰ ਜਿਹੜੇ ਬਹੁਤ ਵਧੀਆ ਜਾਣੀ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸੀਗੇ ਵੀ ਸਾਨੂੰ ਇਹ ਅਕਲ ਹੈ, ਅਸੀਂ ਸਾਡੇ ਕੋਲ ਹੀ ਪੈਸਾ ਹੈ ਤੇ ਸਾਨੂੰ ਇਹ ਜ਼ਿੰਦਗੀ ਜਿਉਣੀ ਆਉਂਦੀ ਹੈ, ਉਹੀ ਤਕਰੀਬਨ ਰੁੜੇ ਨੇ। ਤੇ ਹਉ ਵਿੱਚ ਆਇਆ, ਇਸ ਤਰ੍ਹਾਂ ਬੰਦਾ ਹਉ ਦੇ ਵਿੱਚ ਆਉਂਦਾ ਹੈ, ਹਉ ਵਿੱਚ ਗਿਆ, ਹਉ ਦੇ ਵਿੱਚ ਹੀ ਚੱਲਿਆ ਜਾਂਦਾ ਹੈ। ਹਉ ਵਿੱਚ ਜੰਮਿਆ ਹਉ ਵਿੱਚ ਮੂਆ। ਤੇ ਮੈਂ ਮੇਰੀ ਦੇ ਵਿੱਚ ਜੰਮਦਾ ਜੀ ਤੇ ਹੰਕਾਰ ਦੇ ਵਿੱਚ। ਮੈਂ ਮੇਰੀ ਕੀ ਹੁੰਦਾ ਜੀ? ਹੰਕਾਰ। ਤੇ ਹਉ ਕੀ ਹੈ? ਮੈਂ ਮੇਰੀ ਹੰਕਾਰ। ਹੰਕਾਰ ਦੇ ਵਿੱਚ ਜੰਮ ਰਿਹਾ ਹੈ ਤੇ ਹੰਕਾਰ ਦੇ ਵਿੱਚ ਮਰ ਜਾਂਦਾ ਹੈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਵੀ ਸ਼ਬਦ ਦੇ ਦੁਆਰਾ ਤੂੰ ਮਰ ਕੇ ਤੂੰ ਆਤਮਿਕ ਜੀਵਨ ਜਿਉ, ਜਿਹੜਾ ਸਦੀਵੀ ਹੈ ਤੇ ਜਿਹੜਾ ਕਦੇ ਖਤਮ ਨਹੀਂ ਹੁੰਦਾ। ਪਰ ਜਦੋਂ ਅਸੀਂ ਹੰਕਾਰ ਦੇ ਵਿੱਚ ਆ, ਹੰਕਾਰ ਦੇ ਵਿੱਚ ਜਦੋਂ ਪਹਿਲਾਂ ਜੰਮਦੇ ਹਾਂ, ਫਿਰ ਹੰਕਾਰ ਦੇ ਵਿੱਚ ਮਰਦੇ ਹਾਂ, ਜਦੋਂ ਮਰਦੇ ਹਾਂ ਉਸ ਤੋਂ ਬਾਅਦ ਫਿਰ ਜੰਮਦੇ ਹਾਂ। ਹਉ ਵਿੱਚ ਦਿੱਤਾ ਹਉ ਵਿੱਚ ਲਿਆ। ਹੰਕਾਰ ਦੇ ਵਿੱਚ ਆਪਣੇ ਮੈਂ ਮੇਰੀ ਦੇ ਵਜੂਦ ਦੇ ਵਿੱਚ ਉਹ ਮਤਲਬ ਕਿ ਸੰਸਾਰ ਦੇ ਨਾਲ ਦੇਣ ਲੈਣ ਕਰਦਾ ਹੈ। ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਇਸ ਤਰ੍ਹਾਂ ਦੇਣ ਲੈਣ ਜਿਹੜਾ ਉਹ ਕਰ ਰਿਹਾ ਹੈ। ਹਉ ਵਿੱਚ ਖੱਟਿਆ ਹਉ ਵਿੱਚ ਗਿਆ। ਤੇ ਜੋ ਵੀ ਉਹ ਖੱਟਦਾ ਹੈ ਮਤਲਬ ਕਿ ਕਾਰ ਵਿਹਾਰ ਕਰਦਾ ਹੈ ਸੰਸਾਰ ਦੇ ਨਾਲ, ਦੁਨੀਆਦਾਰੀ ਦੇ ਨਾਲ, ਉਹ ਮਤਲਬ ਕਿ ਜੋ ਵੀ ਉਹ ਖੱਟਦਾ ਹੈ ਸੰਸਾਰ ਦੇ ਵਿੱਚੋਂ, ਦੁਨੀਆਦਾਰੀ 'ਚੋਂ, ਉਹ ਹੰਕਾਰ ਦੇ ਵਸ ਹੋ ਕੀ ਕਰਦਾ ਹੈ? ਹਉ ਵਿੱਚ ਖੱਟਿਆ ਹਉ ਵਿੱਚ ਗਿਆ। ਜੋ ਗਵਾਉਂਦਾ ਉਹ ਵੀ ਹੰਕਾਰ ਦੇ ਵਿੱਚ ਹੀ ਗਵਾ ਲੈਂਦਾ ਹੈ। ਹਉ ਵਿੱਚ ਸਚਿਆਰ ਕੁੜਿਆਰ। ਹਉ ਦੇ ਵਿੱਚ ਉਹ ਹੰਕਾਰ ਦੇ ਵਿੱਚ ਸੱਚਾ ਬਣ ਜਾਂਦਾ ਵੀ ਮੇਰੇ ਵਰਗਾ ਨਹੀਂ ਕੋਈ, ਤੇ ਹੰਕਾਰ ਦੇ ਵਿੱਚ ਉਹ ਝੂਠ ਕੁੜਿਆਰ ਹੈ। ਗੁਰੂ ਸਾਹਿਬ ਕਹਿੰਦੇ ਉਹ ਵੀ ਉਹਦੇ ਵਿੱਚ ਹੰਕਾਰ ਹੈ। ਕਈ ਵਾਰ ਅਸੀਂ ਗੁਰਦੁਆਰਾ ਜਾਂਦੇ ਹਾਂ ਜੀ, ਹੈ ਨਾ,
ਉੱਥੇ ਸਾਨੂੰ ਲੱਗਦਾ ਹੈ ਵੀ ਅਸੀਂ ਸਪੈਸ਼ਲ ਹਾਂ, ਅਸੀਂ ਖਾਸ ਹਾਂ, ਸਾਡੇ ਵਰਗਾ ਨਹੀਂ ਕੋਈ। ਕਿਉਂ? ਅਸੀਂ ਨੇ ਉਹ ਪਹਿਰਾਵਾ ਪਾਇਆ ਹੋਇਆ ਹੈ, ਅਸੀਂ ਨੇ ਮਤਲਬ ਕਿ ਵੀ ਗਿਣਤੀਆਂ ਦੇ ਵਿੱਚ ਅਸੀਂ ਪਾਠ ਕਰ ਰਹੇ ਹਾਂ ਅਤੇ ਅਸੀਂ ਰੱਬ ਨੂੰ ਯਾਦ ਕਰ ਰਹੇ ਹਾਂ। ਜੇ ਅਸੀਂ ਰੱਬ ਨੂੰ ਯਾਦ ਕਰ ਵੀ ਰਹੇ ਹਾਂ ਅਤੇ ਅਸੀਂ ਨਾ ਤਾਂ ਜੀ ਇਸ ਦੁਨੀਆ 'ਤੇ ਅਹਿਸਾਨ ਕਰ ਰਹੇ ਹਾਂ ਰੱਬ ਨੂੰ ਯਾਦ ਕਰਕੇ, ਅਤੇ ਨਾ ਰੱਬ 'ਤੇ ਅਹਿਸਾਨ ਕਰ ਰਹੇ ਹਾਂ। ਫਿਰ ਹੰਕਾਰ ਕਾਹਦਾ ਕਰ ਰਹੇ ਹਾਂ ਅਸੀਂ? ਜੇ ਰੱਬ ਨੂੰ ਯਾਦ ਕਰ ਰਹੇ ਹਾਂ ਫਿਰ ਤਾਂ ਸਾਡੇ ਵਿੱਚੋਂ ਹੰਕਾਰ ਜਾਣਾ ਚਾਹੀਦਾ। ਉਲਟਾ ਸਮਾਂ ਸਾਡੇ ਵਿੱਚ ਹੰਕਾਰ ਆ ਰਿਹਾ ਹੈ। ਇਸ ਤਰ੍ਹਾਂ ਅਸੀਂ ਹਉਂ ਦੇ ਵਿੱਚ ਸਚਿਆਰ ਹੋਏ ਪਏ ਹਾਂ ਅਤੇ ਹੈਗੇ ਕੁੜਿਆਰ ਹਾਂ। ਹਉਂ ਵਿੱਚ ਪਾਪ ਪੁੰਨ ਵਿਚਾਰ, ਅਤੇ ਇਸ ਹੰਕਾਰ ਦੇ ਵਿੱਚ ਪਾਪ ਪੁੰਨ ਦੀ ਵਿਚਾਰ ਦੇ ਵਿੱਚ ਪਏ ਹੋਏ ਹਾਂ। ਮਤਲਬ ਕਿ ਵੀ ਕਦੇ ਚੰਗਾ ਕੰਮ ਵੀ ਕਰ ਲਿਆ ਅਤੇ ਉਹ ਵੀ ਹੰਕਾਰ ਵਸ ਹੋ ਕੇ ਕਰ ਲਿਆ, ਅਤੇ ਕਦੇ ਮਾੜਾ, ਉਹ ਵੀ ਹੰਕਾਰ ਵਸ। ਹਉਂ ਵਿੱਚ ਨਰਕ ਸੁਰਗ ਅਵਤਾਰ, ਜਿਹੜਾ ਇਹ ਹੰਕਾਰ ਹੈ ਇਹ ਸਾਨੂੰ ਨਰਕ ਸਵਰਗ ਦੇ ਚੱਕਰ ਦੇ ਵਿੱਚ ਪਾ ਦਿੰਦਾ ਹੈ ਜੀ। ਜਦੋਂ ਅਸੀਂ ਪੁੰਨ ਕਰਦੇ ਹਾਂ ਉਦੋਂ ਸਾਨੂੰ ਸਵਰਗ ਦੀ ਪ੍ਰਾਪਤੀ ਹੋ ਜਾਂਦੀ ਹੈ। ਮਤਲਬ ਕਿ ਹੰਕਾਰ ਕੀ ਹੈ? ਮੈਂ ਕਰਕੇ, ਮੈਂ ਪੁੰਨ ਕਰ ਰਿਹਾ, ਮੈਂ ਮਤਲਬ ਕਿ ਦਾਤਾ ਬਣ ਗਿਆ। ਪੁੰਨ ਕਰਨਾ ਕੀ ਹੈ? ਦੂਜਿਆਂ ਦੀ ਕੋਈ ਜ਼ਰੂਰਤ ਪੂਰੀ ਕਰ ਦੇਣਾ। ਜ਼ਰੂਰਤ ਪੂਰੀ ਕਰਨ ਵਾਲਾ ਕੌਣ ਕਹਾਉਂਦਾ ਆਪਣੇ ਆਪ ਨੂੰ? ਦਾਤਾ ਕਹਾਉਂਦਾ। ਦਾਤਾ ਤਾਂ ਜੀ ਇੱਕ ਪਰਮੇਸ਼ਰ ਹੀ ਹੈ ਅਤੇ ਉਹੀ ਸੋਹਣਾ ਲੱਗਦਾ ਹੈ। ਬੰਦਾ ਦਾਤਾ ਬਣਿਆ ਸੋਹਣਾ ਨਹੀਂ ਲੱਗਦਾ। ਹਉਂ ਵਿੱਚ ਨਰਕ ਸੁਰਗ ਅਵਤਾਰ, ਅਤੇ ਇਸ ਤਰ੍ਹਾਂ ਫਿਰ ਉਹ ਨਰਕ ਅਤੇ ਸਵਰਗ ਦੇ ਵਿੱਚ ਜਨਮ ਲੈਂਦਾ ਰਹਿੰਦਾ ਹੈ। ਅਵਤਾਰ ਹੁੰਦਾ ਜੀ ਜਨਮ ਲੈਣਾ। ਹਉਂ ਵਿੱਚ ਹੱਸੈ ਹਉਂ ਵਿੱਚ ਰੋਵੈ, ਜੋ ਕਾਰ ਵਿਹਾਰ ਕਰ ਰਿਹਾ ਹੈ ਮਤਲਬ ਕਿ ਉਹਨੂੰ ਜ਼ਿੰਦਗੀ ਦੇ ਵਿੱਚ ਹਾਸਾ ਕੀ ਹੈ ਜੀ? ਕਈ ਵਾਰ ਅਸੀਂ ਇੰਜੋਏ ਕਰਦੇ ਹਾਂ, ਕੋਈ ਫੰਕਸ਼ਨ ਕਰਦੇ ਹਾਂ, ਉੱਥੇ ਮਤਲਬ ਕਿ ਵੀ ਉਹਨੂੰ ਇੰਜੋਏ ਕਰਨਾ, ਹੱਸਣਾ, ਅਤੇ ਉਹ ਕਈ ਵਾਰ ਸਾਨੂੰ ਦੁੱਖ ਆਉਂਦੇ ਨੇ, ਸੁੱਖ ਦੇ ਨਾਲ ਦੁੱਖ ਵੀ ਆਉਂਦੇ ਨੇ ਜੀ, ਫਿਰ ਅਸੀਂ ਰੋਂਦੇ ਪਿੱਟਦੇ ਵੀ ਹਾਂ। ਅਤੇ ਉਸ ਤਰ੍ਹਾਂ ਜਿਹੜਾ ਇਹ ਹੱਸਣਾ ਅਤੇ ਰੋਣਾ ਹੈ ਇਹ ਵੀ ਉਹ ਹੰਕਾਰ ਦੇ ਵਿੱਚ ਕਰ ਰਿਹਾ ਹੈ, ਮੈਂ ਕਰਕੇ। ਹਉਂ ਵਿੱਚ ਭਰੀਐ ਹਉਂ ਵਿੱਚ ਧੋਵੈ, ਹੰਕਾਰ ਦੇ ਵਿੱਚ ਜੀ ਉਹ ਮੈਲ ਦੇ ਨਾਲ ਭਰ ਜਾਂਦਾ ਅਤੇ ਹਉਂ ਵਿੱਚ ਧੋਵੈ, ਅਤੇ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਉਹ ਮਤਲਬ ਕਿ ਵੀ ਜਦੋਂ ਅਸੀਂ ਮਨ ਹੱਠ ਕਰਕੇ ਕਰਮ ਕਰਦੇ ਹਾਂ ਧਾਰਮਿਕ, ਉਹ ਹੰਕਾਰ ਦੇ ਵਸ ਹੋ ਕੇ ਕਰਦੇ ਹਾਂ, ਹਉਂ ਦੇ ਵਿੱਚ ਕਰਦੇ ਹਾਂ, ਉਸ ਤਰ੍ਹਾਂ ਆਪਣੇ ਆਪ ਨੂੰ ਧੋਨੇ ਹਾਂ। ਅਤੇ ਪਹਿਲਾਂ ਉਹ ਮੈਲ ਦੇ ਨਾਲ ਭਰਿਆ ਹੋਇਆ ਹੰਕਾਰ ਦੇ ਵਿੱਚ, ਅਤੇ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਧੋ ਰਿਹਾ। ਮਤਲਬ ਕਿ ਉੱਥੇ ਗੁਰੂ ਸਾਹਿਬ ਦੀ ਗੱਲ ਸੁਣਦਾ ਨਹੀਂ, ਮੰਨਦਾ ਨਹੀਂ, ਆਪਣੀ ਮਰਜ਼ੀ ਦੇ ਨਾਲ ਜੋ ਕਰ ਰਿਹਾ ਆਪਣੀ ਮਰਜ਼ੀ ਨਾਲ ਕਰ ਰਿਹਾ। ਹਉਂ ਵਿੱਚ ਜਾਤੀ ਜਿਨਸੀ ਖੋਵੈ, ਇਹ ਵੀ ਆਪਣਾ ਜਿਹੜਾ ਹੰਕਾਰ ਦੇ ਵਿੱਚ ਉਹਨੇ ਜਿਹੜੀਆਂ ਜਾਤਾਂ ਨੇ ਅਤੇ ਜਿਹੜੀਆਂ ਜਿਨਸਾਂ ਮਤਲਬ ਕਿ ਵੀ ਜਾਤੀ ਜਿਨਸੀ ਇਹ ਇਕੱਠਾ ਹੀ ਆ ਗਿਆ ਜੀ। ਖੋਵੈ ਗਵਾ ਲੈਂਦਾ ਉਹ। ਮਤਲਬ ਕਿ ਵੀ ਸਾਡੀ ਜਾਤ ਕੀ ਹੈ ਜੀ? ਸਾਡੀ ਜਾਤ ਮਾਨੁੱਖ ਕੀ ਸਭੈ ਇੱਕ ਜਾਤ ਹੈ, ਇਹ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ। ਪਰ ਅਸੀਂ ਕਹਿੰਦੇ ਹਾਂ ਜੀ ਜੱਟ ਦੀ ਚੜ੍ਹੱਤ, ਪਤਾ ਨਹੀਂ ਮਤਲਬ ਕਿ ਜੱਟਾਂ 'ਤੇ ਕਿਹੜੇ ਕਿਹੜੇ ਗੀਤ ਬਣੇ ਪਏ ਨੇ। ਮੈਨੂੰ ਤਾਂ ਜਣੀ ਬੜਾ ਉਹ ਹੁੰਦਾ ਵੀ ਜੱਟ ਨਾ ਹੋ ਗਿਆ ਕਿ ਰੱਬ ਹੋ ਗਿਆ ਇਹ। ਮਤਲਬ ਕਿ ਜੱਟਾਂ ਨੂੰ ਵੀ ਬਹੁਤ ਹੰਕਾਰ ਹੁੰਦਾ ਜੀ ਵੀ ਅਸੀਂ ਜੱਟ ਹਾਂ, ਅਤੇ ਜਿਹੜਾ ਕੋਈ ਨੀਵੀਂ ਜਾਤ ਦਾ ਹੁੰਦਾ ਉਹਨੂੰ ਵੈਸੇ ਆਪਣੇ ਆਪ 'ਤੇ ਉਹ ਆਈ ਜਾਂਦਾ ਵੀ ਹਾਏ ਮੈਂ ਨੀਵੀਂ ਦਾ। ਗੁਰੂ ਸਾਹਿਬ ਕਹਿੰਦੇ ਨਾ ਉੱਚੀ ਜਾਤ ਦਾ ਹੰਕਾਰ ਕਰ, ਨਾ ਨੀਵੀਂ ਦੇ ਵਿੱਚ ਤੂੰ ਅੰਦਰ ਨੂੰ ਧੱਸ, ਦੋਏ ਗਲਤ ਨੇ। ਇਹ ਚੀਜ਼ ਉਹ ਗਵਾ ਲੈਂਦਾ। ਹਉਂ ਵਿੱਚ ਮੂਰਖ ਹਉਂ ਵਿੱਚ ਸਿਆਣਾ, ਹੰਕਾਰ ਦੇ ਵਸ ਹੋ ਕੇ ਹੀ ਉਹ ਮੂਰਖ ਹੈ, ਅਤੇ ਹੰਕਾਰ ਦੇ ਵਸ ਉਹ ਕਹਿੰਦਾ ਵੀ ਮੇਰੇ ਵਰਗਾ ਸਿਆਣਾ ਨਹੀਂ ਕੋਈ। ਹਾਂਜੀ ਸੰਗਤ ਜੀ, ਸਿਆਣੇ ਤੋਂ ਭਾਵ ਜਿਵੇਂ ਬੰਦਾ ਕੋਈ ਲਾਈਫ ਦੇ ਵਿੱਚ ਤਰੱਕੀ ਕਰ ਲੈਂਦਾ, ਪੈਸਾ ਕਮਾ ਲੈਂਦਾ, ਉਹ ਕਹਿੰਦਾ ਮੈਂ ਕਿੰਨਾ ਸਿਆਣਾ, ਕਿੰਨਾ ਵੱਡਾ ਬਿਜ਼ਨਸਮੈਨ ਆ, ਮੈਨੂੰ ਕਿੰਨੀ ਅਕਲ ਹੈ। ਇਸ ਤਰ੍ਹਾਂ ਉਹ ਸਿਆਣਾ ਬਣਿਆ ਹੋਇਆ ਜੀ ਹੰਕਾਰ ਦੇ ਵਿੱਚ। ਮੋਖ ਮੁਕਤ ਕੀ ਸਾਰ ਨਾ ਜਾਣਾ, ਮੋਖ ਮੁਕਤੀ ਹੁੰਦਾ ਜੀ ਇਸ ਸੰਸਾਰ ਤੋਂ ਛੁਟਕਾਰਾ, ਅਤੇ ਉਹਦੀ ਉਹਨੂੰ ਕੋਈ ਖਬਰ ਹੀ ਨਹੀਂ ਹੈਗੀ, ਉਹਦੇ ਬਾਰੇ ਉਹ ਕੁਛ ਜਾਣਦਾ ਹੀ ਨਹੀਂ, ਬਸ ਹਉਂ ਹਉਂ ਦੇ ਵਿੱਚ ਹੀ ਪਿਆ। ਹਉਂ ਵਿੱਚ ਮਾਇਆ ਹਉਂ ਵਿੱਚ ਛਾਇਆ, ਇਹ ਜਿਹੜੀ ਹੰਕਾਰ ਹੈ ਜੀ ਹਉਮੈ, ਇਹਦੇ ਕਰਕੇ ਹੀ ਮਾਇਆ ਦੇ ਪ੍ਰਭਾਵ 'ਚ ਹੈ, ਉਹ ਮਾਇਆ ਦੇ ਅਧੀਨ ਹੈ। ਹਉਂ ਵਿੱਚ ਛਾਇਆ, ਛਾਇਆ ਹੁੰਦਾ ਹੈ ਮਾਇਆ ਦਾ ਪ੍ਰਭਾਵ। ਹਉਮੈ ਕਰ ਕਰ ਜੰਤ ਉਪਾਇਆ, ਇਹ ਜਿਹੜਾ ਬੰਦਾ ਜੀ ਹਉਮੈ ਮਤਲਬ ਕਿ ਹੰਕਾਰ ਦੇ ਵਿੱਚ ਮੈਂ ਮੇਰੀ ਦੇ ਵਿੱਚ ਪਿਆ ਹੋਇਆ, ਕਰ ਕਰ ਜੰਤ ਉਪਾਇਆ, ਜਿਹੜਾ ਸਾਡਾ ਬਾਰ ਬਾਰ ਜਨਮ ਹੁੰਦਾ ਇਸ ਦੁਨੀਆ ਦੇ ਉੱਪਰ, ਉਹ ਮੈਂ ਮੇਰੀ ਹੰਕਾਰ ਕਰਕੇ ਹੀ ਹੁੰਦਾ। ਉਹ ਅਸੀਂ ਇਸ ਗੇੜ ਦੇ ਵਿੱਚੋਂ ਕਦੇ ਨਿਕਲ ਹੀ ਨਹੀਂ ਪਾਉਂਦੇ, ਇਸ ਗੇੜ ਦੇ ਵਿੱਚ ਹੀ ਘੁੰਮੀ ਜਾਂਦੇ ਹਾਂ ਮੈਂ ਮੇਰੀ ਹੰਕਾਰ ਕਰਕੇ। ਹਉਮੈ ਕਰ ਕਰ ਜੰਤ ਉਪਾਇਆ, ਇਸ ਤਰ੍ਹਾਂ ਸਾਡੀ ਪੈਦਾਇਸ਼ ਹੈ ਜਿਹੜੀ ਇਹ ਹੁੰਦੀ ਹੈ ਮੁੜ ਮੁੜ ਕੇ। ਹਉਮੈ ਬੂਝੈ ਤਾਂ ਦਰ ਸੂਝੈ, ਜੇ ਅਸੀਂ ਹਉਮੈ ਨੂੰ ਸਮਝਾਂਗੇ ਜੀ ਤਾਂ ਉਸ ਪਰਮਾਤਮਾ ਦੇ ਦਰ ਦੀ ਸਾਨੂੰ ਸੋਝੀ ਪੈਣੀ ਹੈ। ਗਿਆਨ ਬਿਹੂਣਾ ਕੱਥ ਕੱਥ ਲੂਝੈ,
ਜੇ ਅਸੀਂ ਗਿਆਨ ਤੋਂ ਸੱਖਣੇ ਰਹਿ ਜਾਾਂਗੇ, ਗਿਆਨ ਤੋਂ ਵਾਂਝੇ ਰਹਿ ਜਾਾਂਗੇ, ਗਿਆਨ ਤੋਂ ਬਿਨਾਂ ਰਹਿ ਜਾਾਂਗੇ, ਕੱਥ ਕੱਥ ਲੁੱਝੈ, ਫਿਰ ਅਸੀਂ ਮਤਲਬ ਕਿ ਵੀ ਇਸ ਜੀਵਨ ਦੇ ਨਾਲ ਉਲਝੇ ਰਹਾਂਗੇ, ਲੂਝਦੇ ਰਹਾਂਗੇ। ਜਿਵੇਂ ਆਪਾਂ ਵੀ ਕੋਈ ਲੁੱਝਣਾ ਹੁੰਦਾ ਜੀ, ਵੀ ਕੁਛ ਕਰ ਵੀ ਰਹੇ ਹਾਂ ਅਤੇ ਉੱਥੇ ਸਾਨੂੰ ਸਫਲਤਾ ਵੀ ਨਹੀਂ ਮਿਲਦੀ ਹੈਗੀ, ਉਹ ਅਸੀਂ ਲੂਝ ਰਹੇ ਹਾਂ। ਉਹ ਅਸੀਂ ਇੱਥੇ ਲੂਝ ਰਹੇ ਹਾਂ ਸੰਸਾਰ ਦੇ ਵਿੱਚ ਗਿਆਨ ਤੋਂ ਵਿਹੂਣੇ ਹੋਣ ਕਰਕੇ, ਸਾਨੂੰ ਸੱਚੇ ਗੁਰੂ ਦਾ ਗਿਆਨ ਨਹੀਂ ਹੈਗਾ। ਨਾਨਕ ਹੁਕਮੀ ਲਿਖਿਆ ਲੇਖ, ਜੇਹਾ ਵੇਖੈ ਤੇਹਾ ਵੇਖ। ਨਾਨਕ ਜੀ ਕਹਿੰਦੇ ਇਹ ਉਹਦੇ ਹੁਕਮ ਦੇ ਵਿੱਚ ਸਾਰੇ ਲੇਖ ਲਿਖੇ ਜਾਂਦੇ ਨੇ। ਜੇਹਾ ਵੇਖੈ, ਜਿਵੇਂ ਅਸੀਂ ਪਰਮਾਤਮਾ ਨੂੰ ਦੇਖਦੇ ਹਾਂ, ਤੇਹਾ ਵੇਖ, ਉਸੇ ਤਰ੍ਹਾਂ ਉਹ ਸਾਨੂੰ ਦੇਖਦਾ। ਜਿਵੇਂ ਹੁਣ ਗੁਰਦੁਆਰੇ ਸਾਰੇ ਜਾਂਦੇ ਨੇ ਜੀ, ਉੱਥੇ ਕੋਈ ਕਹਿ ਰਿਹਾ ਵੀ ਮੇਰਾ ਸਿਰ ਦੁਖਦਾ, ਗੁਰੂ ਨੂੰ ਅਰਦਾਸ ਕਰ ਰਿਹਾ ਵੀ ਇਹ ਠੀਕ ਕਰ ਦਿਓ। ਕੋਈ ਕਹਿ ਰਿਹਾ ਵੀ ਮੈਨੂੰ ਮਤਲਬ ਕਿ ਸਰੀਰਕ ਰੋਗ ਹੈ, ਕੋਈ ਕਹਿੰਦਾ ਮੈਨੂੰ ਮਾਨਸਿਕ ਰੋਗ ਹੈ ਅਤੇ ਇਹ ਟੈਨਸ਼ਨ ਹੈ। ਬਸ ਸਾਰੇ ਇਸ ਤਰ੍ਹਾਂ ਦੇ ਬੈਠੇ ਹੁੰਦੇ ਨੇ ਅਤੇ ਉਹਨਾਂ ਵਿੱਚ ਕੋਈ ਉਹ ਚੋਰ ਵੀ ਹੁੰਦੇ ਨੇ ਜਿਹੜੇ ਇਹ ਦੇਖ ਰਹੇ ਹੁੰਦੇ ਨੇ ਵੀ ਕਿਹਨੇ ਕੀ ਪਾਇਆ ਹੋਇਆ, ਅਸੀਂ ਚੋਰੀ ਕਰਨੀ ਹੈ। ਮਤਲਬ ਕਿ ਵੀ ਸਾਰੀ ਸੁਰਤੀ ਵਰਤੀ ਦੇ ਜਿਹੇ ਜਿਵੇਂ ਆਪਾਂ ਗੁਰੂ ਸਾਹਿਬ ਨੂੰ ਪਰਮਾਤਮਾ ਨੂੰ ਦੇਖਾਂਗੇ, ਉਹ ਵੀ ਸਾਨੂੰ ਉਵੇਂ ਹੀ ਦੇਖ ਰਿਹਾ। ਅਤੇ ਕੋਈ ਹੁੰਦਾ ਜਿਹੜੇ ਉਹਦੇ ਭਗਤ ਹੁੰਦੇ ਨੇ, ਉਹਨੂੰ ਪਿਆਰ ਕਰਨ ਵਾਲੇ ਹੁੰਦੇ ਨੇ, ਉਹ ਉਹਨੂੰ ਹੋਰ ਨਜ਼ਰੀਏ ਨਾਲ ਦੇਖਦੇ ਨੇ, ਪਿਆਰ ਵਾਲੇ ਨਾਲ, ਅਤੇ ਉਹ ਉਹਦੇ ਤੋਂ ਹੋਰ ਕੁਛ ਨਹੀਂ ਮੰਗਦੇ। ਉਹ ਕਹਿੰਦੇ ਜਿਵੇਂ ਤੂੰ ਰੱਖੇਂਗਾ ਉਵੇਂ ਅਸੀਂ ਰਹਾਂਗੇ। ਉਹ ਉਹਨੂੰ ਹੀ ਮੰਗ ਰਹੇ ਨੇ, ਪਰਮਾਤਮਾ ਉਹਨਾਂ ਨੂੰ ਉਸ ਤਰ੍ਹਾਂ ਉਹ ਨਿਹਾਲ ਕਰ ਰਿਹਾ। ਮਤਲਬ ਕਿ ਜਿਹਾ ਜਿਹਾ ਅਸੀਂ ਉਹਨੂੰ ਪਰਮਾਤਮਾ ਨੂੰ ਤੱਕ ਰਹੇ ਹਾਂ, ਉਹ ਤੋਂ ਮੰਗ ਰਹੇ ਹਾਂ, ਉਹਨੂੰ ਦੇਖ ਰਹੇ ਹਾਂ, ਉਸੇ ਤਰ੍ਹਾਂ ਉਹ ਸਾਨੂੰ ਵੇਖ ਰਿਹਾ, ਸਾਡੀਆਂ ਜ਼ਰੂਰਤਾਂ ਪੂਰੀਆਂ ਕਰਕੇ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਏ। ਇਹ ਮਹੱਲਾ ਦੂਜਾ ਆ ਗਿਆ ਜੀ। ਅਤੇ ਇੱਥੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਵੀ ਜਿਹੜੀ ਮਤਲਬ ਕਿ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਇਹਦੇ ਖੂਨ 'ਚ ਹੈ, ਇਹ ਤਾਂ ਇਹਦੀ ਜਾਤ 'ਚ ਹੈ। ਇਹ ਹਉਮੈ ਸਾਡੀ ਜਾਤ ਦੇ ਵਿੱਚ ਹੀ ਹੈ ਜੀ, ਮਨੁੱਖਾ ਜਾਤ ਦੇ ਵਿੱਚ ਹਉਮੈ ਹੈਗੀ ਹੈ। ਅਤੇ ਉਸ ਹਉਮੈ ਦੇ ਵੱਸ ਹੋ ਕੇ ਅਸੀਂ ਜਿਹੜੇ ਆਪਣੇ ਕਰਮ ਨੇ ਉਹ ਕਮਾਉਂਦੇ ਹਾਂ। ਮਤਲਬ ਕਿ ਹਉਮੈ ਕੀ ਹੈ ਜੀ, ਗੁਰੂ ਸਾਹਿਬ ਜਿਵੇਂ ਸਾਨੂੰ ਸਮਝਾਉਂਦੇ ਨੇ, ਇਹ ਇੱਕ ਜਿਵੇਂ ਅਸੀਂ ਪਰਮਾਤਮਾ ਕੀ ਹੈ, ਇੱਕ ਨਿਰਾ ਖਰਾ ਸੋਨਾ ਹੈ ਜੀ। ਸੋਨੇ ਦੇ ਵਿੱਚ ਜਦੋਂ ਮਿਲਾਵਟ ਪੈ ਜਾਂਦੀ ਹੈ ਫਿਰ ਉਹਦੇ ਗਹਿਣੇ ਬਣਦੇ ਨੇ। ਜਿਹੜੀ ਹਉਮੈ ਹੈ ਇਹ ਇੱਕ ਮਿਲਾਵਟ ਹੈ। ਜਦੋਂ ਸਾਡੇ ਵਿੱਚ ਇਹ ਮਿਲਾਵਟ ਪੈ ਜਾਂਦੀ ਹੈ ਅਤੇ ਫਿਰ ਸਾਡਾ ਇੱਕ ਗਹਿਣਾ ਤਿਆਰ ਹੋ ਜਾਂਦਾ ਹੈ, ਜਿਹਦਾ ਅਸੀਂ ਨਾਮ ਰੱਖ ਲੈਂਦੇ ਹਾਂ। ਜੋ ਵੀ ਸਾਡਾ ਨਾਮ ਹੈ ਉਹ ਸਾਡਾ, ਅਸੀਂ ਇੱਕ ਗਹਿਣੇ ਹਾਂ ਅਤੇ ਗਹਿਣੇ ਦਾ ਸਾਡਾ ਜਿਹੜਾ ਨਾਮ ਹੈ ਉਹ ਗਹਿਣੇ ਦਾ ਨਾਮ ਹੈ। ਅਤੇ ਇਹਦੇ ਵਿੱਚ ਹਉਮੈ ਦੀ ਮਿਲਾਵਟ ਹੈ। ਤਾਂ ਕਰਕੇ ਜਦ ਤੱਕ ਹਉਮੈ ਨਹੀਂ ਸਾਡੇ ਅੰਦਰੋਂ ਨਿਕਲਦੀ, ਉਦੋਂ ਤੱਕ ਅਸੀਂ ਹਉਮੈ ਵੱਸ ਹੋ ਕੇ ਕਰਮ ਕਮਾਈ ਜਾਂਦੇ ਹਾਂ। ਹਉਮੈ ਏਈ ਬੰਧਨਾ ਫਿਰ ਜੋਨੀ ਪਾਹੀ। ਹਉਮੈ ਹੈ ਜੀ, ਇਹ ਜਿਹੜਾ ਸਾਡਾ ਬੰਧਨ ਹੈ, ਇਹ ਸਾਨੂੰ ਬੰਧਨਾਂ ਦੇ ਵਿੱਚ ਬੰਨ੍ਹਦਾ ਹੈ ਹਉਮੈ, ਅਤੇ ਅਸੀਂ ਇਹਦੇ ਕਰਕੇ ਇਸ ਸੰਸਾਰ ਦੇ ਵਿੱਚ ਬੰਨ੍ਹੇ ਰਹਿੰਦੇ ਹਾਂ। ਮਤਲਬ ਕਿ ਫਿਰ ਜੋਨੀ ਪਾਹੇ, ਫਿਰ ਜੰਮਦੇ ਮਰਦੇ ਰਹਿੰਦੇ ਹਾਂ, ਜੂਨਾਂ ਦੇ ਵਿੱਚ ਹਉਮੈ ਕਰਕੇ ਪੈਂਦੇ ਹਾਂ। ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਇਹ ਹੁਣ ਸਾਡਾ ਜੀ ਸਵਾਲ ਹੋ ਗਿਆ ਗੁਰੂ ਸਾਹਿਬ ਕੋਲੇ ਵੀ ਜਿਹੜੀ ਇਹ ਹਉਮੈ ਹੈ ਇਹ ਪੈਦਾ ਕਿੱਥੋਂ ਹੁੰਦੀ ਹੈ ਅਤੇ ਕਿਹੜੇ ਤਰੀਕੇ ਦੇ ਨਾਲ ਇਹ ਮਤਲਬ ਕਿ ਚਲੀ ਜਾਂਦੀ ਹੈ, ਉਹ ਤੁਸੀਂ ਦੱਸੋ। ਹਉਮੈ ਇਹੋ ਕਰਮ ਹੈ ਪਿਆ ਕਿਰਤ ਫਿਰਾਹੇ। ਹੁਣ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਹਉਮੈ ਇਹੋ ਹੁਕਮ ਹੈ, ਇਹ ਪਰਮਾਤਮਾ ਦੇ ਹੁਕਮ ਦੇ ਵਿੱਚ, ਜਿਵੇਂ ਹੁਣ ਸਾਡੇ ਅੰਦਰ 5 ਵਿਕਾਰ ਨੇ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮਤਲਬ ਕਿ ਜੋ ਕੁਦਰਤ ਹੈ, ਜੋ ਮਤਲਬ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੀ ਮਾਇਆ ਹੈ ਜੀ, ਇਹ ਵੀ ਹੈ ਤਾਂ ਪਰਮਾਤਮਾ ਦਾ ਹੀ ਹੁਕਮ ਹੈ। ਕਿਸੇ ਵੀ ਚੀਜ਼ ਦੀ ਆਪਣੇ ਆਪ ਤਾਂ ਪਦੈਸ਼ ਹੁੰਦੀ ਨਹੀਂ ਹੈਗੀ ਉਹਦੇ ਕਰੇ ਬਿਨਾਂ। ਇਹ ਜਿਹੜੀ ਹਉਮੈ ਹੈ ਇਹ ਵੀ ਉਹਦਾ ਹੁਕਮ ਹੈ ਪਰਮਾਤਮਾ ਦਾ। ਪਿਆ ਕਿਰਤ ਫਿਰਾਹੇ, ਜਿਹੜੇ ਸਾਡੇ ਪੂਰਬਲੇ ਕਰਮ ਹੁੰਦੇ ਨੇ ਜੀ, ਸੰਸਕਾਰ ਹੁੰਦੇ ਨੇ, ਜਿਹੜੀ ਸਾਡੀ ਮਤਲਬ ਕਿ ਕਿਰਤ ਹੁੰਦੀ ਹੈ ਉਹਦੇ ਵਿੱਚ ਇਹ ਪਾਈ ਜਾਂਦੀ ਹੈ। ਜਿਵੇਂ ਉਹਦੇ ਪੂਰਬਲੇ ਸੰਸਕਾਰ, ਪੂਰਬਲੇ ਸਾਡੇ ਕਰਮਾਂ ਦੇ ਅਨੁਸਾਰ ਸਾਡਾ ਅਗਲਾ ਜੀਵਨ ਜਿਹੜਾ ਚੱਲਦਾ ਹੈ ਅਤੇ ਉਹਦੇ ਵਿੱਚ ਇਹ ਹਉਮੈ ਪਾਈ ਹੁੰਦੀ ਹੈ। ਜਿਵੇਂ ਮਤਲਬ ਕਿ ਪਹਿਲਾਂ ਸਵਾਲ ਆਇਆ ਹੈ ਹਉਮੈ ਕਿੱਥੋਂ ਉਪਜੈ, ਗੁਰੂ ਸਾਹਿਬ ਕਹਿੰਦੇ ਉਹਦੇ ਹੁਕਮ ਦੇ ਵਿੱਚ ਪੈਦਾ ਹੁੰਦੀ ਹੈ। ਕਿਤ ਸੰਜਮ ਇਹ ਜਾਏ, ਗੁਰੂ ਸਾਹਿਬ ਕਹਿੰਦੇ ਵੀ ਜਦੋਂ ਪਿਆ ਕਿਰਤ ਫਿਰਾਏ, ਕਹਿੰਦੇ ਵੀ ਤੂੰ ਕਿਰਤ ਦੇ ਵਿੱਚ ਮਤਲਬ ਕਿ ਗੁਰੂ ਤੋਂ ਬਿਨਾਂ ਜੀ ਸਾਡਾ ਜਿਹੜੀ ਸਾਡੇ ਪੂਰਬਲੇ ਕਰਮ ਨੇ, ਜਿਹੜੇ ਸਾਡੇ ਸੰਸਕਾਰ ਨੇ, ਜਿਹੜੇ ਸਾਡੇ ਜੋ ਵੀ ਪੂਰਬਲੇ ਪੁੰਨ ਪਾਪ ਜੋ ਵੀ ਹੈ, ਉਹ ਸਾਡਾ ਗੁਰੂ ਤੋਂ ਬਿਨਾਂ ਬਦਲ ਨਹੀਂ ਸਕਦਾ ਕੁਛ ਵੀ। ਉਹ ਉਵੇਂ ਹੀ ਪਿੱਛੋਂ ਧੱਕਾ ਲਾਈ ਜਾਂਦੇ ਨੇ, ਸਾਡਾ ਜੀਵਨ ਅੱਗੇ ਚੱਲੀ ਜਾਂਦਾ ਹੈ। ਹਉਮੈ ਧੀਰ ਗਰੋਗ ਹੈ
दारू पी इस माहे। ਹੁਣ ਇੱਥੇ ਗੁਰੂ ਸਾਹਿਬ ਦੱਸਦੇ ਨੇ ਜੀ ਜਿਹੜਾ ਹਉਮੈ ਹੈ ਇਹ ਧੀਰਗ ਰੋਗ ਹੈ। ਧੀਰਗ ਰੋਗ ਹੁੰਦੇ ਜਿਹਦਾ ਕੋਈ ਇਲਾਜ ਹੀ ਨਹੀਂ ਹੁੰਦਾ, ਪਰ ਇੱਥੇ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ दारू भी इस माहे। ਇਹਦੇ ਵਿੱਚੇ ਕਹਿੰਦੇ ਇਹਦੀ दारू ਹੈ, ਦਵਾਈ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਿਹਦੇ ਤੇ ਪਰਮਾਤਮਾ ਆਪਣੀ ਕਿਰਪਾ ਕਰਦੇ ਨੇ ਤਾਂ ਗੁਰੂ ਕਾ ਸ਼ਬਦ ਕਮਾਹੇ, ਉਹ ਗੁਰੂ ਦੇ ਸ਼ਬਦ ਦੀ, ਸੱਚੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ। ਤੇ ਇਹੀ ਹੈ ਜਿਹੜਾ ਇਹ ਧੀਰਗ ਰੋਗ ਹੈ ਹਉਮੈ, ਇਹਨੂੰ ਹਟਾਉਣ ਦਾ ਇੱਕੋ ਇੱਕ ਇਲਾਜ ਗੁਰੂ ਦੇ ਸ਼ਬਦ ਦੀ ਕਮਾਈ। ਗੁਰੂ ਦਾ ਸ਼ਬਦ ਦੀ ਕਮਾਈ ਅਸੀਂ ਕਿਵੇਂ ਕਰਾਂਗੇ ਜੀ? ਗੁਰੂ ਦੀ ਗੱਲ ਸੁਣਨਾ, ਗੁਰੂ ਦੀ ਗੱਲ ਮੰਨਣਾ, ਇਹ ਉਸ ਗੁਰੂ ਦੇ ਸ਼ਬਦ ਦੀ ਕਮਾਈ ਹੈ। ਕਹਿ ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਨਾਨਕ ਜੀ ਕਹਿੰਦੇ ਵੀ ਸੰਗਤੋ, ਸੱਜਣੋ ਸੁਣੋ, ਇਸ ਸੰਜਮ ਦੇ ਨਾਲ, ਇਸ ਪ੍ਰਕਿਰਿਆ ਦੇ ਨਾਲ, ਇਸ ਜੁਗਤੀ ਦੇ ਨਾਲ ਜਿਹੜਾ ਹਉਮੈ ਦਾ ਦੁੱਖ ਹੈ ਚਲਿਆ ਜਾਂਦਾ ਹੈ। ਪੌੜੀ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਇੱਥੇ ਗੁਰੂ ਸਾਹਿਬ ਸਮਝਾ ਰਹੇ ਨੇ ਜੀ ਇਸ ਪੌੜੀ ਦੇ ਵਿੱਚ, ਸੇਵ ਕੀਤੀ ਸੰਤੋਖੀ, ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਦੇ ਅੰਦਰ ਸੰਤੋਖ ਆ ਜਾਂਦਾ ਹੈ। ਜਿਨੀ ਸੱਚੋ ਸੱਚ ਧਿਆਇਆ, ਜਿਹੜੇ ਗੁਰੂ ਦੇ ਦੁਆਰਾ ਸੱਚੇ ਪਰਮਾਤਮਾ ਨੂੰ ਧਿਆਉਂਦੇ ਨੇ, ਉਹਨੂੰ ਯਾਦ ਕਰਦੇ ਨੇ, ਉਹਨੂੰ ਸਿਮਰਦੇ ਨੇ, ਉਹਦੀਆਂ ਗੱਲਾਂ ਬਾਤਾਂ ਕਰਦੇ ਨੇ। ਜਿਵੇਂ ਸਾਡੇ ਕਲੋਜ਼ ਰਿਸ਼ਤੇ ਹੁੰਦੇ ਨੇ ਜੀ, ਅਸੀਂ ਉਹਨਾਂ ਨੂੰ ਨਿਭਾਉਂਦੇ ਹਾਂ, ਉਹਨਾਂ ਨੂੰ ਪਿਆਰ ਕਰਦੇ ਹਾਂ, ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਸੇਮ ਉਸੇ ਤਰ੍ਹਾਂ ਅਸੀਂ ਗੁਰੂ ਸਾਹਿਬ ਨਾਲ ਰਿਸ਼ਤਾ ਬਣਾਉਣਾ ਹੈ ਜੀ। ਓਨੀ ਮੰਦੇ ਪੈਰ ਨਾ ਰੱਖਿਓ ਕਰ ਸੋ ਕ੍ਰਿਤ ਕਰਮ ਧਿਆਇਆ। ਇੱਥੇ ਸੰਗਤ ਜੀ ਜਿਹੜਾ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨਾਂ ਦੀ ਗੱਲ ਹੈ ਜੀ ਇਹ। ਓਨੀ ਮੰਦੇ ਪੈਰ ਨਾ ਰੱਖਿਓ, ਉਹ ਮੰਦੀ ਜਗ੍ਹਾ 'ਤੇ ਆਪਣਾ ਪੈਰ ਨਹੀਂ ਰੱਖਦੇ, ਜਾਣੀ ਖੜਦੇ ਨਹੀਂ ਹੈਗੇ, ਉੱਧਰ ਨੂੰ ਜਾਂਦੇ ਨਹੀਂ ਹੈਗੇ। ਕਰ ਸੋ ਕ੍ਰਿਤ ਕਰਮ ਕਮਾਇਆ, ਤੇ ਉਹ ਚੰਗੇ ਕਰਮ ਕਮਾਉਂਦੇ ਨੇ। ਓਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ। ਉਹ ਜਿਹੜੇ ਦੁਨੀਆ ਦੇ ਬੰਧਨ ਨੇ ਉਹਨਾਂ ਤੋਂ ਫ੍ਰੀ ਹੋ ਜਾਂਦੇ ਨੇ ਜੀ, ਤੋੜ ਦਿੰਦੇ ਨੇ ਉਹ ਬੰਧਨ। ਦੁਨੀਆ ਦੇ ਬੰਧਨਾਂ ਦੇ ਵਿੱਚ ਪੈਂਦੇ ਨਹੀਂ ਤੇ ਦੁਨੀਆ ਦੇ ਬੰਧਨਾਂ ਦੇ ਵਿੱਚ ਰਹਿੰਦੇ ਨਹੀਂ। ਅੰਨ ਪਾਣੀ ਥੋੜਾ ਖਾਇਆ। ਅੰਨ ਪਾਣੀ ਮਤਲਬ ਕਿ ਵੀ ਇਹ ਨਹੀਂ ਹੈਗਾ ਵੀ ਜਿਵੇਂ ਆਪਾਂ ਸੋਚਦੇ ਹਾਂ ਜੀ ਸਵੇਰ ਦਾ ਖਾ ਲਿਆ, ਦੁਪਹਿਰ ਦਾ ਫਿਕਰ ਪੈ ਜਾਂਦਾ ਵੀ ਕੀ ਵਧੀਆ ਜਿਹਾ ਬਣਾ ਕੇ ਖਾਵਾਂਗੇ। ਦੁਪਹਿਰ ਦਾ ਖਾ ਲਿਆ, ਫਿਰ ਸ਼ਾਮ ਦਾ ਸੋਚਣ ਲੱਗ ਜਾਂਦੇ ਹਾਂ ਹੁਣ ਕੁਛ ਹੋਰ ਅਲੱਗ ਤੋਂ ਬਣਾ ਕੇ ਖਾਈਏ। ਅਤੇ ਮਤਲਬ ਕਿ ਇੱਕ ਖਾਣ ਬਾਰੇ ਸੋਚੀ ਜਾਂਦੇ ਹਾਂ ਅਤੇ ਖਾਣਾ ਹੀ ਬਣਾਈ ਜਾਂਦੇ ਹਾਂ ਅਤੇ ਖਾਣਾ ਹੀ ਖਾਈ ਜਾਂਦੇ ਹਾਂ। ਉਹ ਇਸ ਚੀਜ਼ ਨੂੰ ਜਾਣੀ ਬਹੁਤ ਲਾਈਟਲੀ ਲੈਂਦੇ ਨੇ ਜੀ। ਅੰਨ ਪਾਣੀ ਥੋੜ੍ਹਾ ਖਾਇਆ ਮਤਲਬ ਕਿ ਉਹ ਜਿਉਣ ਵਾਸਤੇ ਮਤਲਬ ਕਿ ਸਰੀਰ ਵਾਸਤੇ ਖਾਂਦੇ ਨੇ, ਨਾ ਕਿ ਖਾਣ ਵਾਸਤੇ ਜਿਉਂਦੇ ਨੇ। ਅਸੀਂ ਤਾਂ ਵੀ ਜਿਵੇਂ ਖਾਣ ਦੇ ਪਿੱਛੇ ਪਏ ਹੋਏ ਹਾਂ ਅਤੇ ਉਹਦੇ ਬਾਰੇ ਸੋਚੀ ਜਾਂਦੇ ਹਾਂ, ਉਹਨੂੰ ਹੀ ਬਣਾਈ ਜਾਂਦੇ ਹਾਂ ਅਤੇ ਉਹਨੂੰ ਹੀ ਖਾਈ ਜਾਂਦੇ ਹਾਂ। ਉਹਦਾ ਫਾਇਦਾ ਕੋਈ ਨਹੀਂ ਲੈਂਦੇ। ਜਦੋਂ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਨਾ, ਰੱਬ ਦਾ ਨਾਂ ਨਹੀਂ ਲੈਣਾ, ਫਿਰ ਉਹ ਖਾਣ ਦਾ ਵੀ ਕੀ ਫਾਇਦਾ ਨਿਕਲਿਆ ਜੀ। ਤੂੰ ਬਖਸ਼ੀਸੀ ਅਗਲਾ ਨਿੱਤ ਦੇਵੈ ਚੜ੍ਹੈ ਸਵਾਇਆ। ਇੱਥੇ ਹੁਣ ਗੁਰੂ ਸਾਹਿਬ ਸਮਝਾ ਰਹੇ ਨੇ ਤੂੰ ਬਖਸ਼ੀਸੀ ਅਗਲਾ, ਵੀ ਜਿਹੜਾ ਪਰਮਾਤਮਾ ਹੈ ਉਹ ਬਹੁਤ ਜ਼ਿਆਦਾ ਬਖਸ਼ਿਸ਼ਾਂ ਕਰਨ ਵਾਲਾ ਹੈ। ਅਗਲਾ ਬਹੁਤ ਵੱਡੇ ਨੂੰ ਕਹਿੰਦੇ ਨੇ, ਬਹੁਤ ਜ਼ਿਆਦਾ ਨੂੰ। ਨਿੱਤ ਦੇਵੈ ਚੜ੍ਹੈ ਸਵਾਇਆ, ਦਿਨ ਦੁੱਗਣੀ ਰਾਤ ਚੌਗਣੀ ਉਹਨਾਂ ਨੂੰ ਦੇ ਰਹੇ ਨੇ ਤਰੱਕੀ, ਮਤਲਬ ਕਿ ਆਤਮਿਕ ਜੀਵਨ ਦੀ। ਵਡਿਆਈ ਵੱਡਾ ਪਾਇਆ, ਇਸ ਤਰ੍ਹਾਂ ਉਹ ਵੱਡੇ ਪਰਮਾਤਮਾ ਦੀਆਂ ਵਡਿਆਈਆਂ ਕਰਕੇ ਉਸ ਵੱਡੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ। ਇਹ ਆਪਣੇ 7 ਹੋ ਗਏ ਜੀ। ਵੀਡੀਓ ਫਿਰ ਲੰਬੀ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਕਿਰਪਾ ਕਰਨ, ਭੁੱਲਾਂ ਬਖਸ਼ਣਹਾਰ ਨੇ ਅਤੇ ਸੇਵਾ ਨੇ ਜਿਹੜੀ ਇਹ ਗੁਰੂ ਸਾਹਿਬ ਕਿਰਪਾ ਕਰਨ ਕਿ ਹਰ ਰੋਜ਼ ਲੈ ਲਿਆ ਕਰਨ ਅਤੇ ਜਿਹੜੀ ਹਰ ਰੋਜ਼ ਵੀਡੀਓ ਅਪਲੋਡ ਹੋ ਜਾਇਆ ਕਰੇ। ਟਾਈਮ 'ਚੋਂ ਟਾਈਮ ਕੱਢ ਕੇ ਤੁਸੀਂ ਇਸ ਤਰ੍ਹਾਂ ਸੰਗਤ ਕਰਨੀ ਹੈ ਜੀ, ਸ਼ਬਦ ਗੁਰੂ ਨਾਲ ਪਿਆਰ ਕਰਨਾ ਹੈ ਜੀ। ਅਤੇ ਆਪਣਾ ਇੱਕ ਹੁੰਦਾ ਜੀ ਹੈ ਨਾ, ਆਪਾਂ ਕਈ ਵਾਰ ਇਹ ਸੋਚਦੇ ਨੇ, ਬਹੁਤ ਸਾਰੇ ਲੋਕ ਇਹ ਸੋਚਦੇ ਨੇ ਵੀ ਜਦੋਂ ਬੰਦਾ ਮਤਲਬ ਕਿ ਵੀ ਇਸ ਤਰ੍ਹਾਂ ਸੰਗਤ ਦੇ ਵਿੱਚ ਪੈ ਜਾਂਦਾ ਪਤਾ ਨਹੀਂ ਜਿਹੜੀ ਉਹਦੀ ਜਿਹੜੀ ਦੁਨਿਆਵੀ ਤਰੱਕੀ ਹੈ ਉਹ ਰੁਕ ਜਾਂਦੀ ਹੈ। ਨਹੀਂ ਜੀ, ਇਹ ਗੱਲ ਗਲਤ ਹੈ। ਉਹਦੀ ਦੁਨਿਆਵੀ ਤਰੱਕੀ ਵੀ ਦਿਨ ਦੁੱਗਣੀ ਰਾਤ ਚੌਗਣੀ ਹੁੰਦੀ ਹੈ ਗੁਰੂ ਦੀ ਸੰਗਤ ਕਰਨ ਦੇ ਨਾਲ। ਹੁਣ ਜਿਵੇਂ ਅੱਜ ਸਾਡੇ ਬੱਚੇ ਨੇ ਜੀ, ਇੱਕ ਤਾਂ ਸਾਡੇ ਬੱਚੇ ਹੋ ਗਏ, ਇੱਕ ਸਾਡੇ ਬਜ਼ੁਰਗ ਹੋ ਗਏ, ਉਹਨਾਂ ਦੇ ਪੜਾਅ 'ਚ ਕਿੰਨਾ ਫਰਕ ਹੈ। ਹੁਣ ਜਿਹੜੇ ਬੱਚੇ ਨੇ ਉਹਨਾਂ ਨੇ ਇੱਥੇ ਦੁਨੀਆਦਾਰੀ ਦੇ ਵਿੱਚ ਪੈਰ ਰੱਖਿਆ, ਉਹਨਾਂ ਨੇ ਐਕਸਪੀਰੀਅੰਸ ਕਰਨੇ ਨੇ ਦੁਨੀਆ ਦੇ ਵਿੱਚ, ਅਤੇ ਉਸ ਤੋਂ ਬਾਅਦ ਉੱਥੇ ਦੁਨੀਆ ਦੇ ਵਿੱਚ ਕੁਛ ਗਵਾਉਣਾ ਵੀ ਹੈ ਅਤੇ ਕੁਛ ਖੱਟਣਾ ਵੀ ਹੈ। ਅਤੇ ਜਿਹੜਾ ਸਿੱਖਣਾ ਉਹ ਵੀ ਦੁਨੀਆ ਦੇ ਵਿੱਚ ਹੀ ਰਹਿ ਕੇ ਸਿੱਖਣਾ, ਵਿੱਚ ਦੁਨੀਆ ਸੇਵ ਕਮਾਈ ਹੈ।
ਗੁਰੂ ਸਾਹਿਬ ਜਿਵੇਂ ਕਹਿੰਦੇ ਨੇ। ਇਸ ਤਰ੍ਹਾਂ ਜੀ ਅਸੀਂ ਕੋਈ ਦੁਨੀਆ ਛੱਡ ਕੇ ਆਕਾਸ਼ 'ਤੇ ਤਾਂ ਰਹਿਣ ਨਹੀਂ ਲੱਗ ਜਾਣਾ ਜੇ ਗੁਰੂ ਦੀ ਸੰਗਤ ਵੀ ਕਰਨੀ ਹੈ। ਤਾਂ ਕਰਕੇ ਹੁਣ ਗੁਰੂ ਸਾਹਿਬ ਜਿਵੇਂ ਦੱਸਦੇ ਨੇ, ਕਹਿੰਦੇ ਵੀ ਗੁਰਬਾਣੀ ਦਾ ਸੰਗ ਕਰਨ ਦੇ ਨਾਲ, ਸੰਗਤ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ। ਇੱਛਾ ਪੂਰੀਆਂ ਹੋਣਾ ਕੀ ਹੈ ਜੀ? ਜਿਹੜੇ ਹੁਣ ਬੱਚੇ ਸਾਡੇ ਸੰਸਾਰ ਵੱਲ ਨੂੰ ਚੱਲੇ ਨੇ, ਦੁਨੀਆਦਾਰੀ ਵਿੱਚ ਨੂੰ ਚੱਲੇ ਨੇ, ਗੁਰੂ ਸਾਹਿਬ ਕਹਿੰਦੇ ਵੀ ਸੰਸਾਰ ਤੋਂ ਕੰਢੇ ਤੇ ਨਹੀਂ ਹੋ ਕੇ ਬੈਠਣਾ ਹੈਗਾ। ਜਿਵੇਂ ਜੋਗੀ ਕੋਈ ਜੰਗਲਾਂ ਦੇ ਵਿੱਚ ਚਲੇ ਗਏ ਸੀ, ਕੋਈ ਪਹਾੜਾਂ ਦੇ ਵਿੱਚ ਚਲੇ ਗਏ ਸੀ, ਉਹ ਕੀ ਹੋ ਗਏ? ਕੰਢੇ ਤੇ ਹੋ ਗਏ। ਸੰਸਾਰ ਸਮੁੰਦਰ ਪਾਰ ਤਾਂ ਹੀ ਹੋਊਗਾ ਜੀ ਜੇ ਸੰਸਾਰ ਦੇ ਵਿੱਚ ਜਾਵਾਂਗੇ। ਅਸੀਂ ਸਾਡੇ ਬੱਚਿਆਂ ਨੂੰ ਸੰਸਾਰ ਦੇ ਵਿੱਚ ਬਾੜੀਏ, ਨਾ ਕਿ ਕੰਢੇ ਤੇ ਰੱਖੀਏ, ਤੇ ਉਹਨਾਂ ਨੂੰ ਨਾਲ ਗੁਰੂ ਸਾਹਿਬ ਦੀ ਸਿਫਤ ਸਲਾਹ ਤੇ ਉਸਤਤ ਵਡਿਆਈ ਕਰਨ ਦੀ ਪ੍ਰੇਰਨਾ ਦਈਏ, ਤੇ ਉਹ ਦਿਨ ਦੁੱਗਣੀ ਰਾਤ ਚੌਗਣੀ 'ਚ ਤਰੱਕੀ ਕਰਨਗੇ ਜੀ। ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਰੀਆਂ ਇੱਛਾ ਕੌਣ ਪੂਰੀਆਂ ਕਰਦਾ ਹੈ? ਗੁਰੂ ਸਾਹਿਬ ਪੂਰੀਆਂ ਕਰਦੇ ਨੇ। ਤੇ ਗੁਰੂ ਸਾਹਿਬ ਉਹਨਾਂ ਦੀਆਂ ਸਾਰੀਆਂ ਜਦੋਂ ਤਰੱਕੀਆਂ ਹੋਣਗੀਆਂ, ਇੱਛਾ ਪੂਰੀਆਂ ਕਰਨਗੇ। ਇਸ ਤਰ੍ਹਾਂ ਪਹਿਲਾਂ ਤਾਂ ਸਾਡੇ ਬੱਚੇ ਆ ਗਏ ਜੀ, ਫਿਰ ਸਾਡੀ ਇੱਛਾ ਆ ਗਈ। ਜਿਵੇਂ ਅਸੀਂ ਨੇ ਦੁਨੀਆਦਾਰੀ ਤਕਰੀਬਨ ਦੇਖ ਲਈ, ਉਹਦੇ ਵਿੱਚ ਸਾਨੂੰ ਕੀ ਹੋਇਆ ਜੀ? ਸਾਡੀਆਂ ਇੱਛਾ ਉੱਥੇ ਪੂਰੀਆਂ ਕੀ ਹੋ ਗਈਆਂ? ਬਲਕਿ ਜਦੋਂ ਅਸੀਂ ਸਾਰੀ ਦੁਨੀਆਦਾਰੀ ਦੇਖ ਲਈ, ਸਾਡੀਆਂ ਇੱਛਾ ਪੂਰੀਆਂ ਹੋ ਗਈਆਂ, ਖਤਮ ਹੋ ਗਈਆਂ। ਜਿਵੇਂ ਆਪਾਂ ਜੀ ਕੋਈ ਬੰਦਾ ਮਰਦਾ, ਆਪਾਂ ਉਹਨੂੰ ਇਹ ਨਹੀਂ ਕਹਿੰਦੇ ਵੀ ਫਲਾਣਾ ਮਰ ਗਿਆ, ਆਪਾਂ ਕਹਿੰਦੇ ਆ ਫਲਾਣਾ ਪੂਰਾ ਹੋ ਗਿਆ। ਇਸ ਤਰ੍ਹਾਂ ਜਿਹੜੇ ਬੜੇ ਨੇ ਉਹਨਾਂ ਦੀ ਇਸ ਤਰ੍ਹਾਂ ਇੱਛਾ ਪੂਰੀਆਂ ਹੋ ਜਾਣਗੀਆਂ, ਤੇ ਜਿਹੜੇ ਸਾਡੇ ਬੱਚੇ ਨੇ ਉਹ ਜਿਹੜੀਆਂ ਚੀਜ਼ਾਂ ਚਾਹੁੰਦੇ ਨੇ, ਜਿਹੜੀਆਂ ਤਰੱਕੀਆਂ ਚਾਹੁੰਦੇ ਨੇ, ਉਹ ਤਰੱਕੀਆਂ ਕਰਕੇ ਆਪਣੀਆਂ ਇੱਛਾ ਪੂਰੀਆਂ ਕਰਨਗੇ। ਵੱਡੇ ਉਹਨਾਂ ਨੂੰ ਛੱਡ ਕੇ ਪੂਰੀਆਂ ਕਰਨਗੇ। ਹੋ ਗਈਆਂ ਦੋਹਾਂ ਦੀਆਂ ਪੂਰੀਆਂ ਦੇ ਵਿੱਚ ਕਿੰਨਾ ਫਰਕ ਹੈ ਜੀ? ਇੱਕ ਦੀ ਸਟਾਰਟਿੰਗ ਹੋਈ ਹੈ, ਇੱਕ ਦਾ ਐਂਡ ਹੋ ਗਿਆ। ਠੀਕ ਹੈ ਜੀ, ਗੁਰੂ ਮਹਾਰਾਜ ਸਭ ਦਾ ਭਲਾ ਕਰਨ। ਇਸੇ ਤਰ੍ਹਾਂ ਆਪਾਂ ਗੁਰਬਾਣੀ ਦੇ ਨਾਲ ਜੁੜੇ ਰਹੀਏ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।